ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਸੀਂ ਕੱਲ ਤੱਕ 40 ਮੁਕਤੀ ਸਹਿਬਾਨ ਅਤੇ ਹਠੀਆਂ ਦੀ ਰਲ ਮਿਲ ਕਰਕੇ ਵਿਚਾਰ ਕੀਤੀ ਸੀ। ਅੱਜ ਦੀ ਜੋ ਵਿਚਾਰ ਹੈ ਉਹ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਪੀਆਂ ਅਤੇ ਤਪੀਆਂ ਦੇ ਜੋ ਸਿਰਲੇਖ ਹਨ, ਵਿਵਰਣ ਹੈ ਅਰਦਾਸ ਦੇ ਵਿੱਚ, ਉਸ ਦੀ ਆਪਾਂ ਰਲ ਮਿਲ ਕਰਕੇ ਵਿਚਾਰ ਕਰਨੀ ਹੈ। ਅਰਦਾਸ ਦਾ ਭਾਵ ਹੈ ਕਿ ਭਾਵਨਾ ਦੇ ਨਾਲ ਦਿਲ ਤੋਂ ਨਿਕਲੀ ਹੋਈ ਫਰਿਆਦ, ਜਿਹੜੀ ਦਿਲ ਤੋਂ ਨਿਕਲੀ ਫਰਿਆਦ ਹੁੰਦੀ ਹੈ ਉਸ ਨੂੰ ਅਕਾਲ ਪੁਰਖ ਪਰਮਾਤਮਾ ਜ਼ਰੂਰ ਪੂਰੀ ਕਰਦਾ ਹੈ। ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ, ਕਿਸੇ ਵੀ ਰੰਗ ਦੇ ਵਿੱਚ ਹੋਵੇ, ਕਿਸੇ ਵੀ ਕਿਸਮ ਦੇ ਬੰਦੇ ਨੇ ਕੀਤੀ ਹੋਵੇ, ਭਾਵਨਾ ਤੋਂ ਨਿਕਲੀ ਹੋਈ ਜਿਹੜੀ ਅਰਦਾਸ ਹੈ ਉਸ ਨੂੰ ਅਕਾਲ ਪੁਰਖ ਪਰਮਾਤਮਾ ਜ਼ਰੂਰ ਪੂਰੀ ਕਰਦਾ ਹੈ। ਇਤਿਹਾਸ ਦੇ ਵਿੱਚ ਇੱਕ ਕਹਾਣੀ ਆਉਂਦੀ ਹੈ ਕਿ ਕਹਿੰਦੇ ਇੱਕ ਵਾਰ ਇੱਕ ਚਰਵਾਹਾ ਜਿਹੜਾ ਭੇਡਾਂ ਚਾਰਨ ਵਾਲਾ ਸੀ, ਭੇਡਾਂ ਬੱਕਰੀਆਂ ਨੂੰ ਚਾਰ ਰਿਹਾ ਸੀ ਤੇ ਘਾਹ ਚਰਦਿਆਂ ਛੱਡ ਕੇ ਆਪ ਇੱਕ ਪਾਸੇ ਦਰਖਤ ਦੀ ਛਾਵੇਂ ਬਹਿ ਗਿਆ ਤੇ ਡੂੰਘੀਆਂ ਸੋਚਾਂ 'ਚ ਗੁੰਦ ਹੋ ਕੇ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਦਿਆਂ ਉਸ ਦੇ ਮੂੰਹ ਦੇ ਵਿੱਚੋਂ ਬੋਲ ਨਿਕਲੇ ਕਿ ਹੇ ਰੱਬਾ, ਜੇਕਰ ਤੂੰ ਮੈਨੂੰ ਮਿਲ ਪਵੇਂ ਤਾਂ ਮੈਂ ਤੈਨੂੰ ਆਪਣੀਆਂ ਬੱਕਰੀਆਂ ਦਾ ਤਾਜ਼ਾ ਦੁੱਧ ਪਿਆਵਾਂ, ਤੇਰੇ ਕੱਪੜੇ ਧੋ ਦਿਆਂ, ਦਹੀਂ ਮਲ ਕੇ ਤੈਨੂੰ ਨਹਾਵਾਂ ਤੇ ਤੇਰੀ ਸਾਰੀ ਮੈਲ ਲਾ ਦਿਆਂ। ਇਹ ਗੱਲ ਇਤਫਾਕ ਦੇ ਨਾਲ ਜਾ ਰਹੇ ਹਜ਼ਰਤ ਮੂਸਾ ਜੀ ਦੇ ਕੰਨਾਂ ਦੇ ਵਿੱਚ ਪਈ ਤੇ ਜਦੋਂ ਚਰਵਾਹੇ ਦੇ ਬੋਲ ਉਹਨਾਂ ਦੇ ਕੰਨੀ ਆਣ ਪਏ ਤੇ ਉਹਨਾਂ ਸੋਚਿਆ ਕਿ ਰੱਬ ਦਾ ਅਜਿਹਾ ਚਿਤਰਣ ਕੀਤਾ ਹੈ, ਰੱਬ ਏਡਾ ਛੋਟਾ ਹੈ ਤੇ ਰੱਬ ਨੂੰ ਵੱਡਾ ਜਾਣ ਕੇ ਉਸ ਚਰਵਾਹੇ ਦੀ ਗੱਲ ਨੂੰ ਛੋਟਾ ਜਾਣ ਕੇ ਹਜ਼ਰਤ ਮੂਸਾ ਜੀ ਨੇ ਚਰਵਾਹੇ ਨੂੰ ਮੋਢੇ ਫੜ ਕੇ ਹਿਲਾਇਆ ਤੇ ਕਿਹਾ ਕਿ ਓਏ ਮੂਰਖਾ, ਤੂੰ ਰੱਬ ਨੂੰ ਕੀ ਦਿੱਤਾ ਹੈ? ਕੁੱਲ ਜਹਾਨਾਂ ਦਾ ਮਾਲਕ ਹੈ, ਤੇਰੇ ਬੱਕਰੇ ਦੀ ਦੁੱਧ ਦੀ ਉਸਨੂੰ ਕੀ ਪਰਵਾਹ ਹੈ? ਉਹ ਤੇ ਸਾਰੀ ਦੁਨੀਆ ਦੀ ਮੈਲ ਕੱਟਣ ਵਾਲਾ ਹੈ, ਤੂੰ ਉਸ ਦੀ ਮੈਲ ਕੱਟਣ ਨੂੰ ਫਿਰਦਾ ਹੈ। ਤੂੰ ਰੱਬ ਦੇ ਹਜ਼ੂਰ ਵਿੱਚ ਗੁਸਤਾਖੀ ਦੇ ਬਚਨ ਬੋਲੇ ਹਨ। ਇਹ ਕਹਿ ਕੇ ਜਦੋਂ ਹਜ਼ਰਤ ਮੂਸਾ ਜੀ ਅਗਾਂਹ ਚੱਲੇ ਕਹਤੂਰ ਪਹਾੜ ਦੇ ਵੱਲ ਨੂੰ ਆਪਣੀ ਬੰਦਗੀ ਦੇ ਵਿੱਚ ਲੀਨ ਹੋਣ ਦੇ ਵਾਸਤੇ, ਉਹਨਾਂ ਨੂੰ ਆਕਾਸ਼ਬਾਣੀ ਹੋਈ, ਇਲਹਾਮ ਹੋਇਆ ਕਿ ਮੂਸਾ, ਤੂੰ ਸੰਸਾਰ ਦੇ ਵਿੱਚ ਮਿਲਾਪ ਕਰਾਉਣ ਲਈ ਆਇਆ ਸੀ ਕਿ ਵਿਛੋੜੇ ਪਾਉਣ ਲਈ? ਤੂੰ ਮੇਰੇ ਭਗਤ ਨੂੰ ਮੇਰੇ ਤੋਂ ਵਿਛੋੜ ਦਿੱਤਾ ਹੈ, ਤੂੰ ਉਸ ਦੇ ਬੋਲਾਂ ਦੇ ਵਿੱਚ ਉਲਝ ਕੇ ਰਹਿ ਗਿਆ, ਉਸ ਦੀ ਭਾਵਨਾ ਨੂੰ ਨਹੀਂ ਸਮਝ ਸਕਿਆ, ਗੁਸਤਾਖੀ ਉਸਨੇ ਨਹੀਂ ਤੂੰ ਕੀਤੀ ਹੈ। ਮੂਸਾ ਦੀਆਂ ਅੱਖਾਂ ਝੁਕ ਗਈਆਂ, ਸਮਝ ਆ ਗਈ ਕਿ ਰੱਬ ਦਾ ਨੂਰ ਕੇਵਲ ਕਹਤੂਰ ਦੀਆਂ ਚੋਟੀਆਂ ਉੱਤੇ ਨਜ਼ਰ ਨਹੀਂ ਆਉਂਦਾ, ਭਾਵਨਾ ਨਾਲ ਕੀਤੀ ਅਰਦਾਸ ਦੇ ਬਲ ਨਾਲ ਮਨ ਦੀਆਂ ਡੂੰਘਾਣਾਂ ਵਿੱਚੋਂ ਵੀ ਪ੍ਰਗਟ ਹੋ ਸਕਦਾ ਹੈ। ਇਸ ਤਰੀਕੇ ਦੇ ਨਾਲ ਭਾਵ ਹੈ ਕਿ ਜਿਹੜੀ ਅਰਦਾਸ ਹੈ ਉਹ ਦਿਲ ਤੋਂ ਨਿਕਲਣ ਦੇ ਨਾਲ ਹੀ ਪੂਰੀ ਹੁੰਦੀ ਹੈ। ਅੱਜ ਦਾ ਜੋ ਸਿਰਲੇਖ ਹੈ ਉਹ ਹੈ ਜਪੀ। ਜਪ ਤੋਂ ਭਾਵ ਹੈ ਕਿ ਕਿਸੇ ਪਾਠ ਨੂੰ ਵਾਰ-ਵਾਰ ਹੌਲੀ-ਹੌਲੀ ਕਰਦੇ ਰਹਿਣਾ, ਉਸ ਨੂੰ ਕਹਿੰਦੇ ਆ ਜਪ ਕਰਨਾ। ਤੇ ਜਪ ਇੱਕ ਮੰਤਰ ਸਿੱਧੀ ਦਾ ਜਾਪ ਹੈ। ਪੁਰਾਤਨ ਸ਼ਾਸਤਰਾਂ ਵਿੱਚ ਅਨੇਕਾਂ ਤਰ੍ਹਾਂ ਦੇ ਜਪ ਮਨੋਕਾਮਨਾ ਦੀ ਪੂਰਤੀ ਲਈ ਦੱਸੇ ਗਏ ਹਨ। ਇਹਨਾਂ ਦੇ ਮੁਤਾਬਕ ਜਾਪ ਦੀ ਗਿਣਤੀ ਵੀ ਵੱਖੋ ਵੱਖਰੀ ਹੈ, ਸਮੱਗਰੀ ਵੀ ਵੱਖੋ ਵੱਖਰੀ ਹੈ, ਟਾਈਮ ਵੀ ਵੱਖਰੋ ਵੱਖਰਾ ਹੈ ਤੇ ਫਲ ਵੀ ਵੱਖਰੋ ਵੱਖਰੇ ਹਨ। ਪਰ ਇਹਨਾਂ ਇਹੋ ਜਿਹੇ ਵਿਧੀਆਂ ਵਾਲੇ ਜਾਪਾਂ ਦੀ ਗੁਰਮਤਿ ਦੇ ਵਿੱਚ ਕੋਈ ਵੀ ਥਾਂ ਨਹੀਂ ਹੈ। ਗੁਰਮਤਿ ਨੇ ਇਹਨਾਂ ਨੂੰ ਅਪਰਵਾਨ ਕੀਤਾ ਹੈ। ਗੁਰਮਤਿ ਵਿੱਚ ਜਪ ਦਾ ਉਦੇਸ਼ ਕੇਵਲ ਮਾਲਕ ਦੀ ਖੁਸ਼ਨਈ ਹਾਸਲ ਕਰਨਾ ਹੈ, ਖੁਸ਼ੀ ਹਾਸਲ ਕਰਨਾ ਹੈ। ਤੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਕਿ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ, ਸਤਿਗੁਰ ਕੈ ਭਾਣੈ
ਵਡਿਆਈ ਪਾਵੇ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਇਹ ਮਾਰਗ, ਜਪ ਦਾ ਮਾਰਗ ਜਿਹੜਾ ਵਾਹਿਗੁਰੂ ਦੇ ਨਾਮ ਸਤਨਾਮ ਦੇ ਜਪ ਦਾ ਹੀ ਆਦੇਸ਼ ਹੈ। ਵਾਹਿਗੁਰੂ ਦੇ ਨਾਮ ਤੋਂ ਸਿਵਾ ਕਿਸੇ ਹੋਰ ਜਪ ਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ। ਸੋ ਜਪ ਤਪ ਸੇਵਾ ਚਾਕਰੀ ਜੇ ਖਸਮੇ ਪਾਵੇ। ਤੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੋਰ ਫਰਮਾਨ ਕਰਦੇ ਹਨ ਕਿ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਵਾਹਿਗੁਰੂ ਨਾਮ ਤੋਂ ਭਾਵ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਹੋਰ ਕਿਸੇ ਵਿਧੀ ਵਿਧਾਨ ਨੂੰ ਗੁਰਮਤਿ ਦੇ ਵਿੱਚ ਥਾਂ ਨਹੀਂ ਹੈ। ਪਰ ਅਸਲ ਸਿਮਰਨ ਜੋ ਹੈ ਉਹ ਸਤਿਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਹੈ। ਅਨੁਭਵ ਦਾ ਜਾਪ ਹੈ, ਮਨ ਵਿੱਚ ਵਸਣ ਦਾ ਜਾਪ ਹੈ। ਸਤਿਗੁਰੂ ਦੀ ਬਖਸ਼ਿਸ਼ ਨਾਲ ਜਦੋਂ ਅਨੁਭਵ ਜਾਗਦਾ ਹੈ, ਰਸਨਾ ਆਪਣੇ ਆਪ ਹੀ ਅਕਾਲ ਪੁਰਖ ਪਰਮਾਤਮਾ ਨੂੰ ਤੂੰ ਹੀ ਪੁਕਾਰਦੀ ਫਿਰਦੀ ਹੈ। ਐਸਾ ਜਾਪ ਤਾਂ ਕੋਈ ਇੱਕ ਮਨ ਇੱਕ ਚਿਤ ਹੋਈ ਆਤਮਾ ਹੀ ਕਰ ਸਕਦੀ ਹੈ। ਇੱਕ ਛਿਨ ਵੀ ਜੇਕਰ ਕੋਈ ਐਸਾ ਜਾਪ ਕਰ ਸਕੇ ਤਾਂ ਉਹ ਕਾਲ ਫਾਂਸ ਤੋਂ ਮੁਕਤ ਹੋ ਜਾਂਦਾ ਹੈ। ਐਸੇ ਜਾਪ ਦੀ ਵਿਧੀ ਤੇ ਫਲ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਾਤਸ਼ਾਹੀ ਦਸਮ ਹਜ਼ਾਰੇ ਬਾਣੀ ਦੇ ਵਿੱਚ ਰਾਮਕਲੀ ਦੇ ਵਿੱਚ ਅਰਜਿਤ ਕੀਤਾ ਹੈ ਕਿ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜਪਾ ਜਾਪੈ, ਸਦਾ ਰਹੇ ਕੰਚਨ ਸਿਕਾਇਆ ਕਾਲ ਨ ਕਬਹੂ ਵਿਆਪੈ। ਸਤਿਗੁਰਾਂ ਦੀ ਆਗਿਆ ਅਨੁਸਾਰ ਇੱਕ ਮਨ ਇੱਕ ਚਿਤ ਹੋ ਕੇ ਜਿਸਨੇ ਵੀ ਨਾਮ ਜਪਿਆ ਜਮਰਾਜ ਨੇ ਉਸ ਦੀ ਗੁਲਾਮੀ ਕਬੂਲ ਕਰ ਲਈ, ਭਾਵ ਜਮਰਾਜ ਦਾ ਵੀ ਉਸ ਦੇ ਉੱਤੇ ਫਿਰ ਕੋਈ ਪ੍ਰਭਾਵ ਨਹੀਂ ਰਹਿ ਜਾਂਦਾ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਾਪ ਜਿਹੜੇ ਹੈ ਉਹ ਜਾਪਣ ਦੇ ਨਾਲ ਸੰਬੰਧ ਹੈ। ਮਾਂ ਦਾ ਪੁੱਤਰ ਸਫ਼ਰ ਤੇ ਗਿਆ ਵੇ ਤੇ ਘੜੀ ਮੜੀ ਉਸ ਨੂੰ ਇਉਂ ਜਾਪਦਾ ਹੈ ਕਿ ਜਿਵੇਂ ਉੱਥੇ ਉਸ ਦੇ ਆਸ-ਪਾਸ ਹੀ ਕਿਤੇ ਮੌਜੂਦ ਹੈ। ਉਸ ਨੂੰ ਇਸ ਲਗਨ ਦੇ ਨਾਲ ਯਾਦ ਕਰਦੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਵਾਹਿਗੁਰੂ ਨੂੰ ਵੀ ਇਸੇ ਤਰ੍ਹਾਂ ਲਗਨ ਦੇ ਨਾਲ ਯਾਦ ਕਰਾਂਗੇ, ਵਾਰ-ਵਾਰ ਸਿਮਰਾਂਗੇ, ਤੇ ਸਾਨੂੰ ਵੀ ਉਹ ਆਪਣੇ ਅੰਗ ਸੰਗ ਪ੍ਰਤੀਤ ਹੋਣਾ ਸ਼ੁਰੂ ਹੋਵੇਗਾ। ਹਰ ਥਾਂ ਹੀ ਸਾਨੂੰ ਉਹ ਖੜੋਤਾ ਜਾਪੇਗਾ। ਤਾਂ ਹੀ ਸਾਡਾ ਅਸਲ ਜਾਪ ਹੋਵੇਗਾ, ਮਨ ਦਾ ਜਾਪ ਹੋਵੇਗਾ। ਦੂਜੇ ਸ਼ਬਦਾਂ ਵਿੱਚ ਸੌਖਾ ਸਮਝਣਾ ਹੋਵੇ ਕਿ ਵਾਹਿਗੁਰੂ ਦੀ ਹਾਜ਼ਰ ਨਾਜ਼ਰਤਾ ਦਾ ਅਹਿਸਾਸ ਹੋਣਾ ਹੀ ਅਸਲ ਜਾਪ ਹੈ। ਇਸੇ ਨੂੰ ਸੁਰਤ ਦਾ ਜਾਪ ਆਖਦੇ ਹਨ ਤੇ ਇਸ ਪੱਧਰ ਦਾ ਜਾਪ ਕਰਨ ਵਾਲੇ ਹੀ ਅਸਲੀ ਜਪੀਏ ਹਨ, ਜਿਨ੍ਹਾਂ ਨੂੰ ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਭਾਈ ਜਿਨ੍ਹਾਂ ਨੇ ਨਾਮ ਜਪ ਲਿਆ, ਜਿਹੜੇ ਨਾਮ ਦੇ ਵਿੱਚ ਰੰਗੇ ਗਏ, ਉਹ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਵੀ ਅਭੇਦ ਹੋ ਜਾਂਦੇ ਹਨ ਤੇ ਉਹਨਾਂ ਨੂੰ ਹਰ ਥਾਈਂ ਅਕਾਲ ਪੁਰਖ ਪਰਮਾਤਮਾ ਨਜ਼ਰੀ ਵੀ ਆਉਂਦਾ ਹੈ ਤੇ ਉਹ ਹਰ ਵੇਲੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਫਿਰ ਨਾਮ ਜਪਦੇ ਹੋਏ ਸੁਣ ਵੀ ਲੱਗਦੇ ਹਨ। ਧਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆਂ ਹਰ ਨਵ। ਸਾਰੰਗ ਦੀ ਵਾਰ ਦੇ ਅੰਦਰ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜਿਹੜੇ ਨਾਮ ਦੇ ਰਸੀਏ ਬਣ ਜਾਂਦੇ ਹਨ ਉਹਨਾਂ ਨੂੰ ਫਿਰ ਧਰਤੀ ਵੀ ਸੁਹਾਵੜੀ ਲੱਗਦੀ ਹੈ ਤੇ ਆਕਾਸ਼ ਵੀ ਸੋਹਣਾ ਜਾਪਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅਰਦਾਸ ਦੇ ਵਿੱਚ ਉਹਨਾਂ ਜਪੀਆਂ ਨੂੰ ਥਾਂ ਦਿੱਤੀ ਹੈ ਜਿਹੜੇ ਇਸ ਤਰੀਕੇ ਦੇ ਨਾਲ ਕੇਵਲ ਅਕਾਲ ਪੁਰਖ ਪਰਮਾਤਮਾ ਦਾ ਅਹਿਸਾਸ ਜਾਪ ਮਾਣਦੇ ਹਨ, ਉਸ ਨੂੰ ਆਪਣਾ ਅੰਗ ਸੰਗ ਜਾਣਦੇ ਹਨ, ਉਹ ਹੀ ਅਸਲੀ ਜਪੀਏ ਹਨ। ਤੇ ਜਪੀਏ ਜਿਹੜੇ ਹਨ ਉਹ ਨਾਮ ਦਾ ਅਭਿਆਸ ਕਰ ਕਰਕੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਮੁਕਤ ਹੋ ਜਾਂਦੇ ਹਨ ਤੇ ਪਰਮ ਸੱਚ ਦੇ ਵਿੱਚ ਸਮਾ ਜਾਂਦੇ ਹਨ। ਭੌਜਲੋਂ ਪਾਰ ਹੋਏ ਇਹ ਜਪੀਏ ਸਹਿਜੇ ਹੀ ਪਰਮਾਤਮਾ ਵਿੱਚ ਅਭੇਦ ਹੁੰਦੇ ਹਨ। ਐਸੇ ਜਪੀਆਂ ਦੀ ਜ਼ਿੰਦਗੀ ਹੋਰ ਹੋ ਜਾਂਦੀ ਹੈ, ਉਹਨਾਂ ਦੀ ਧਰਤੀ, ਉਹਨਾਂ ਦਾ ਆਕਾਸ਼ ਸੁਹਾਵਾ ਹੋ ਜਾਂਦਾ ਹੈ। ਜਪ ਬਿਨਾਂ ਜੀਣਾ ਉਹਨਾਂ ਨੂੰ ਫਿਰ ਮੌਤ ਵਰਗਾ ਲੱਗਦਾ ਹੈ। ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਹਨ, ਆਖਾਂ ਜੀਵਾਂ ਬਿਸਰੈ ਮਰ ਜਾਓ, ਭਾਵ ਨਾਮ ਜਪਦਾ ਰਹਾਂ ਤੇ ਮੈਂ ਆਤਮਿਕ ਤੌਰ ਤੇ ਜਿਉਂਦਾ ਹਾਂ, ਜੇ ਨਾਮ ਵਿਸਰ ਜਾਵੇ ਤੇ ਮੈਂ ਆਤਮਿਕ ਤੌਰ ਤੇ ਮੇਰੀ ਮੌਤ ਹੋ ਜਾਂਦੀ ਹੈ। ਇਸ ਤੋਂ ਅਗਲਾ ਪਦ ਆਉਂਦਾ ਹੈ ਅਰਦਾਸ ਦੇ ਵਿੱਚ ਤਪੀਆਂ ਦਾ। ਤਪ ਤੋਂ ਭਾਵ ਹੈ ਅੱਗ ਦੇ ਵਿੱਚ ਤਪਾਉਣਾ, ਆਪਣੇ ਸਰੀਰ ਨੂੰ ਤਪਾਉਣਾ, ਸਰੀਰ ਨੂੰ ਕਸ਼ਟਾਂ ਦੀ ਅੱਗ ਦੇ ਵਿੱਚ ਸਾੜਨਾ। ਸੂਫੀ ਸ਼ਬਦਾਵਲੀ ਵਿੱਚ ਇਸ ਨੂੰ ਰਿਆਜ਼ਤ ਵੀ ਆਖਦੇ ਹਨ।
ਤਪ ਕਰਮਾਂ ਦੀ ਸਾਧਨਾ ਇਸ ਦੇ ਨਾਲ ਕੀਤੀ ਜਾਂਦੀ ਹੈ ਕਿ ਇਹਨਾਂ ਰਾਹੀਂ ਆਪਾ ਨਿਵਾਰਨ ਵਿੱਚ ਮਦਦ ਮਿਲਦੀ ਹੈ ਤੇ ਮਨ ਪਵਿੱਤਰ ਹੁੰਦਾ ਹੈ। ਕਈ ਤਰ੍ਹਾਂ ਦੇ ਤਪ ਜਿਹੜੇ ਹਨ ਸੰਸਾਰ ਦੇ ਅੰਦਰ ਸਾਧੇ ਜਾਂਦੇ ਹਨ, ਪਰ ਕਰਮਕਾਂਡੀ ਧਰਮ ਵਿੱਚ ਕਈ ਪ੍ਰਕਾਰ ਦੇ ਤਪਾਂ ਦੇ ਅਨੁਸਾਰ, ਜਿਨ੍ਹਾਂ ਨੂੰ ਵਰਤ ਰੱਖਣਾ ਵੀ ਕਿਹਾ ਜਾਂਦਾ ਹੈ, ਆਹਾਰ ਵਰਤ ਭਾਵ ਭੁੱਖੇ ਰਹਿਣਾ, ਵਸਤਰ ਵਰਤ ਨੰਗਿਆਂ ਰਹਿਣਾ, ਮੌਨ ਵਰਤ ਚੁੱਪ ਰਹਿਣਾ, ਬਿੰਦ ਵਰਤ ਬ੍ਰਹਮਚਰਯ ਧਾਰਨ ਕਰ ਲੈਣੀ, ਨਿੰਦਰਾ ਵਰਤ ਜਾਗਦੇ ਰਹਿਣਾ, ਮੁਦਰਾ ਵਰਤ ਇੱਕ ਟੰਗ ਤੇ ਖੜੋਤੇ ਰਹਿਣਾ, ਉਲਟੇ ਲਟਕਣਾ ਜਾਂ ਲੋਹੇ ਦੀਆਂ ਮੇਖਾਂ ਕਿੱਲਾਂ ਨੂੰ ਗੱਡ ਕੇ ਉੱਪਰ ਵਿਛਾਉਣਾ ਕਰਨਾ, ਬਾਹਾਂ ਉੱਚੀਆਂ ਉਠਾ ਕੇ ਖੜੇ ਰਹਿਣਾ। ਇਸ ਤਰ੍ਹਾਂ ਦੇ ਅਨੇਕਾਂ ਤਪ ਗਰਮੀਆਂ ਦੇ ਭਰ ਗਰਮੀ ਦੇ ਦਿਨਾਂ ਦੇ ਵਿੱਚ ਆਪਣੇ ਆਸੇ-ਪਾਸੇ ਅੱਗ ਦੀਆਂ ਧੂਣੀਆਂ ਤਪਾ ਕੇ ਤਪ ਸਾਧਣੇ, ਸਰਦੀਆਂ ਦੇ ਦਿਨਾਂ ਦੇ ਵਿੱਚ ਭਰ ਸਰਦੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਖੜੇ ਰਹਿਣਾ, ਜਾਂ ਆਪਣੇ ਸਿਰ ਦੇ ਉੱਤੇ 100 ਘੜੇ ਪਾਣੀ ਦਾ ਪਵਾ ਕੇ ਜਾਪ ਕਰਨਾ। ਇਸ ਤਰੀਕੇ ਦੇ ਨਾਲ ਤਪ ਸਾਧੇ ਜਾਂਦੇ ਸਨ। ਪਰ ਪਾਤਸ਼ਾਹ ਜੀ ਕਿਰਪਾ ਕਰਦੇ ਇਹਨਾਂ ਤਪਾਂ ਦੇ ਪਿੱਛੇ ਮੰਤਵ ਤੇ ਇਹ ਹੁੰਦਾ ਸੀ ਕਾਮ ਆਦਿਕ ਵਿਸ਼ੇ ਦੂਰ ਹੋਣ ਤੇ ਮਾਲਕ ਦੀ ਪ੍ਰਾਪਤੀ ਹੋਵੇ। ਪਰ ਬਹੁਤ ਕਰ ਲੋਕੀ ਇਹਨਾਂ ਤਪਾਂ ਨੂੰ ਆਪਣੇ ਆਪ ਦੇ ਵਿੱਚ ਜੀਵਨ ਦਾ ਮੰਤਵ ਮੰਨ ਬੈਠਦੇ ਹਨ। ਕਈ ਤਪੇ ਘਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਹਨ, ਧੂਣੀਆਂ ਤਪਾਉਂਦੇ ਹਨ, ਗੇਰ ਵਸਤਰੇ ਪਹਿਨਦੇ ਹਨ, ਕਈ ਪ੍ਰਕਾਰ ਦੇ ਤਪ ਕਰਮ ਕਰਦੇ ਹਨ, ਪਰ ਕਾਮ ਆਦਿਕ ਵਿਸ਼ੇ ਨਾਲ ਹੀ ਲਈ ਫਿਰਦੇ ਹਨ। ਪਾਵਨ ਬਾਣੀ ਦਾ ਫਰਮਾਨ ਹੈ ਕਿ ਕਈ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਤਪਾਉਂਦੇ ਹਨ ਕਿ ਪੁਅਰ ਤਾਪ ਗੇਰੀ ਕੇ ਵਸਤਰਾ, ਅਬਦਾ ਕਾ ਮਾਰਿਆ ਗ੍ਰਹਿ ਤੇ ਨਸਦਾ, ਦੇਸ਼ ਛੋੜ ਪਰਦੇਸੈ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਰਮ ਤੇ ਕਰਦੇ ਹਨ, ਪਰ ਫਿਰ ਵੀ ਵਿਕਾਰ ਜਿਹੜੇ ਹਨ ਉਹਨਾਂ ਨੂੰ ਆਪਣੇ ਨਾਲ ਹੀ ਚੱਕੀ ਫਿਰਦੇ ਹਨ। ਇਸ ਲਈ ਇਸ ਤਰ੍ਹਾਂ ਦੇ ਸਾਰੇ ਤਪ ਜਿਹੜੇ ਹਨ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ ਗਿਣੇ ਜਾਂਦੇ। ਇਹੋ ਜਿਹੇ ਤਪੀਆਂ ਨੂੰ ਅਸੀਂ ਅਰਦਾਸ ਦੇ ਵਿੱਚ ਯਾਦ ਨਹੀਂ ਕਰਦੇ ਹਾਂ। ਇਹ ਸਾਰੇ ਗੈਰ ਕੁਦਰਤੀ ਵੀ ਹਨ, ਕਿਉਂਕਿ ਜਿਹੜਾ ਤਨ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ, ਅਸੀਂ ਉਸ ਨੂੰ ਕਸ਼ਟ ਦਿੰਦੇ ਹਾਂ ਤੇ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਦੇ ਭੰਨਣ ਦੇ, ਉਸ ਦੀ ਵਿਧੀ ਨੂੰ ਤੋੜਨ ਦੇ ਅਸੀਂ ਜਿਹੜੇ ਹਨ ਉਹ ਭਾਗੀਦਾਰ ਬਣਦੇ ਹਾਂ। ਤੇ ਇਹ ਗੈਰ ਕੁਦਰਤੀ ਸਾਡੀ ਨਿਰਾਦਰੀ ਅਤੇ ਖੁਆਰੀ ਦਾ ਕੰਮ ਵੀ ਕਰਦੇ ਹਨ। ਜੇਕਰ ਮਨ ਮਾਇਆ ਵਿੱਚ ਭਟਕਦਾ ਰਹੇ, ਭਰਮਾਂ ਨਾਲ ਗ੍ਰਸਿਆ ਰਹੇ, ਤਾਂ ਜਿਹੜਾ ਤਪ ਕਰਨ ਵਾਲਾ ਹੈ ਉਹ ਕਿਵੇਂ ਜਿਹੜਾ ਹੈ ਉਹ ਪਰਮਗਤ ਪ੍ਰਾਪਤ ਕਰ ਸਕਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦੇ ਅੰਦਰ ਵੀ ਇਹਨਾਂ ਤਪਾਂ ਦਾ ਖੰਡਨ ਕੀਤਾ ਕਿ ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੈ ਐਨਸ ਕਹਿਰੈ, ਮੋਨ ਬਿਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ, ਪਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੈ ਪਤ ਗਵਾਈ। ਜੇ ਮਨ ਕੰਟਰੋਲ ਦੇ ਵਿੱਚ ਨਹੀਂ ਹੋਇਆ, ਵਿਕਾਰਾਂ ਤੋਂ ਸ਼ਖੇੜਾ ਨਹੀਂ ਛੁੱਟਾ, ਤੇ ਇਹ ਸਾਡੇ ਵਾਸਤੇ ਖੱਜਲ ਖੁਆਰੀ ਦਾ ਵੀ ਤੇ ਨਿਰਾਦਰੀ ਦਾ ਵੀ ਸਵਾਬ ਬਣਾ ਦਿੰਦੇ ਹਨ। ਮਨ ਕਾ ਝੂਠਾ ਝੂਠ ਕਮਾਵੇ, ਮਾਇਆ ਨੂੰ ਫਿਰੈ ਤਪਾ ਸੁਧਾਵੇ। ਜਿਹੜੇ ਕੇਵਲ ਲੋਕ ਦਿਖਾਵੇ ਦੇ ਵਾਸਤੇ ਇਹੋ ਜਿਹੇ ਕਰਮ ਕਰਦੇ ਹਨ ਤੇ ਉਹਨਾਂ ਦਾ ਮਨ ਮਾਇਆ ਦੇ ਭਟਕ ਵਾਸਤੇ ਭਟਕਦਾ ਹੈ ਤੇ ਆਪਣੇ ਆਪ ਨੂੰ ਤਬਾਹ ਖਵਾਉਂਦੇ ਹਨ। ਇਸ ਤਰ੍ਹਾਂ ਦੇ ਲੋਕੀ ਜਿਹੜੇ ਹਨ ਉਹ ਭਰਮੇ ਭੂਲਾ ਸਭ ਤੀਰਥ ਗਏ, ਉਹ ਤਪਾ ਕੈਸੇ ਪਰਮ ਗਤੀ ਕਿਵੇਂ ਪ੍ਰਾਪਤ ਕਰ ਸਕਦੇ ਹਨ ਜੀ। ਗੁਰੂ ਪਿਆਰਿਓ, ਈਸਾਈ ਧਰਮ ਦੇ ਵਿੱਚ ਵੀ ਸੋਗ ਸੰਤਾਪ ਪਸ਼ਚਾਤਾਪ ਤੌਬਾ ਇਕਬਾਲ ਕਸ਼ਟ ਨਿਗ੍ਰਹਿ ਆਦਿਕ ਤਪ ਸਾਧਨ ਪ੍ਰਚਲਿਤ ਹਨ, ਪਰ ਗੁਰਮਤਿ ਵਿੱਚ ਐਸੇ ਸਾਧਨ ਵੀ ਪ੍ਰਵਾਨ ਨਹੀਂ ਗਿਣੇ ਜਾਂਦੇ। ਇਹੋ ਜਿਹੇ ਤਪੀਆਂ ਨੂੰ ਅਰਦਾਸ ਦੇ ਵਿੱਚ ਯਾਦ ਨਹੀਂ ਕੀਤਾ ਜਾਂਦਾ। ਗੁਰਮਤਿ ਵਿੱਚ ਗੁਰੂ ਸਿਧਾਂਤਾਂ ਦੇ ਅਨੁਸਾਰ ਦੋ ਹੀ ਤਪ ਜਿਹੜੇ ਹਨ ਉਹ ਸਭ ਤੋਂ ਵੱਡੇ ਹਨ ਤੇ ਪ੍ਰਵਾਨ ਹਨ। ਇੱਕ ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਤੇ ਦੂਸਰਾ ਪਰਮਾਤਮਾ ਦੀ ਗੁਰੂ ਦੀ ਸੇਵਾ ਦੇ ਵਿੱਚ ਜੁੜਨਾ। ਰਜ਼ਾ ਵਿੱਚ ਰਹਿਣ ਵਾਲੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ। ਉਹ ਤਾਂ ਦੁੱਖ ਭੁੱਖ ਦੀ ਮਾਰ ਨੂੰ ਵੀ ਅਕਾਲ ਪੁਰਖ ਪਰਮਾਤਮਾ ਦੀ ਦਾਤ ਹੀ ਜਾਣਦੇ ਹਨ। ਭੁੱਖ ਵਿੱਚੋਂ ਉਹ ਰੱਜ ਪ੍ਰਾਪਤ ਕਰਦੇ ਹਨ ਤੇ ਦੁੱਖ ਵਿੱਚੋਂ ਸੁੱਖ ਪ੍ਰਾਪਤ ਕਰਦੇ ਹਨ। ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫਰਮਾਨ ਹੈ, ਜਪਜੀ ਸਾਹਿਬ ਦੇ ਅੰਦਰ ਕਿਰਪਾ ਕਰਦੇ ਹਨ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ। ਸੂਹੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ। ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਭਾਈ ਜਿਹੜਾ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਕਰਨੀ, ਉਸ ਦੀ ਰਾਹ ਵਿੱਚ ਰਹਿਣਾ, ਇਹ ਸਭ ਤੋਂ ਵੱਡਾ ਕਰਮ ਹੈ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਤੇ ਉਹਨਾਂ ਨੇ ਬਚਨ ਕੀਤਾ, ਤੇਰਾ ਕੀਆ ਮਿੱਠਾ ਲਾਗੇ। ਭਾਵ ਉਹ ਇਹ ਸ਼ਬਦ ਗਾਉਂਦੇ ਹੋਏ ਤਪ ਦੀ ਅਦੁੱਤੀ ਮਿਸਾਲ ਪੇਸ਼ ਕਰ ਗਏ। ਭਾਵ ਉਹਨਾਂ ਨੇ ਰਜ਼ਾ ਦੇ ਵਿੱਚ ਚੱਲਣ ਦਾ ਜਿਹੜਾ ਹੈ ਉਹ ਤਪ ਸਾਧਿਆ। ਗੁਰਮਤਿ ਦੂਸਰਾ ਤਪ ਪ੍ਰਵਾਨ ਸੇਵਾ ਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਦਾ ਤਪ ਸਾਧ ਕੇ ਨਿਥਾਵਿਆਂ ਦਾ ਥਾਂ ਗੁਰੂ ਅਮਰਦਾਸ ਹੋ ਗਏ, ਨਿਮਾਣਿਆਂ ਦੇ ਮਾਣ ਹੋ ਗਏ, ਨਿਤਾਣਿਆਂ ਦੇ ਤਾਣ ਹੋ ਗਏ, ਨਿਉਟਿਆਂ ਦੀ ਓਟ ਵੀ ਹੋ ਗਏ। ਇਹ ਉਹਨਾਂ ਨੇ ਸੇਵਾ ਦਾ ਤਪ ਕਮਾਇਆ। ਆਪਣੇ ਸਰੀਰ ਨੂੰ ਦੁੱਖ ਕਸ਼ਟ ਨਹੀਂ ਦਿੱਤਾ, ਗੁਰੂ ਦੀ ਸੇਵਾ ਕਮਾਈ ਭਾਵਨਾ ਦੇ ਨਾਲ। ਭਾਈ ਮੰਝ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਜੰਗਲ ਦੇ ਵਿੱਚੋਂ ਲੱਕੜੀਆਂ ਲਿਆਉਣ ਦੀ ਸੇਵਾ ਕਮਾਈ, ਉਹਨਾਂ ਨੂੰ ਪਾਤਸ਼ਾਹ ਜੀ ਨੇ ਕਿਹਾ ਸੀ, ਮੰਝ ਗੁਰੂ ਕਾ ਬੋਇਤਾ ਜਗ ਲੰਘਣਹਾਰਾ। ਗੁਰੂ ਦਾ ਜਹਾਜ਼ ਹੋਣ ਦਾ ਜਿਹੜਾ ਹੈ ਪਦ ਬਖਸ਼ਤਾ, ਐਡੀ ਵਡਿਆਈ ਸੇਵਾ ਕਮਾਉਣ ਦੀ ਦਿੱਤੀ। ਭਾਈ ਕਨ੍ਹਈਆ ਜੀ ਨੇ ਸੇਵਾ ਕਮਾਈ, ਉਹਨਾਂ ਨੂੰ ਸੇਵਾ ਪੰਥੀ ਸੰਪਰਦਾਇ ਦਾ ਮੋਢੀ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਸੇਵਾ ਕਮਾਈ ਗੁਰੂ ਦੇ ਭਾਣੇ ਦੇ ਵਿੱਚ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਆ ਸੇਵਾ ਕਮਾਈ, ਜਿਨ੍ਹਾਂ ਦਾ ਇਤਿਹਾਸ ਆਪ ਜੀ ਜਾਣਦੇ ਹੋ ਕਿ ਉਹ ਜੰਗ ਦੇ ਮੈਦਾਨ ਦੇ ਵਿੱਚ ਵੀ ਬਿਨਾਂ ਕਿਸੇ ਮਿੱਤਰ ਦੁਸ਼ਮਣ ਦੇ ਬਖਰੇਵੇਂ ਤੋਂ ਜ਼ਖਮੀਆਂ ਨੂੰ ਪਾਣੀ ਪਿਲਾਉਂਦੇ ਸਨ। ਜਦੋਂ ਸ਼ਿਕਾਇਤ ਹੋਈ ਕਲਗੀਧਰ ਪਾਤਸ਼ਾਹ ਜੀ ਦੇ ਕੋਲ, ਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ, ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਪਾਤਸ਼ਾਹ ਜੀ, ਜਦੋਂ ਮੈਂ ਸਾਹਮਣੇ ਦੇਖਦਾ ਤੇ ਮੈਨੂੰ ਕੋਈ ਦੁਸ਼ਮਣ ਜਾਂ ਮਿੱਤਰ ਨਜ਼ਰ ਨਹੀਂ ਆਉਂਦਾ, ਮੈਨੂੰ ਕੇਵਲ ਤੇ ਕੇਵਲ ਆਪ ਜੀ ਦਾ ਹੀ ਦੀਦਾਰ ਹੁੰਦਾ ਹੈ, ਆਪ ਜੀ ਨਜ਼ਰੀ ਆਉਂਦੇ ਹੋ, ਤੇ ਇਸ ਲਈ ਮੈਂ ਆਪ ਜੀ ਦਾ ਰੂਪ ਜਾਣ ਕੇ ਸਾਰਿਆਂ ਨੂੰ ਜਲ ਛਕਾਉਣ ਦੀ ਸੇਵਾ ਕਰਦਾ ਹਾਂ। ਇਸ ਤਰੀਕੇ ਦੇ ਨਾਲ ਜਦੋਂ ਭਾਈ ਕਨ੍ਹਈਆ ਜੀ ਨੇ ਬਚਨ ਬਖਸ਼ ਬੋਲੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਨਾਲ ਮੱਲਮ ਪੱਟੀ ਵੀ ਦਿੱਤੀ ਕਿ ਜਿੱਥੇ ਪਾਣੀ ਪਿਆਉਂਦੇ ਹੋ ਨਾਲ ਜ਼ਖਮੀਆਂ ਦੀ ਮੱਲਮ ਪੱਟੀ ਵੀ ਕਰ ਦਿਆ ਕਰੋ। ਇਸ ਤਰੀਕੇ ਦੇ ਨਾਲ ਜਿਹੜੀ ਸੇਵਾ ਕਮਾਉਣੀ ਹੈ ਉਸ ਨੂੰ ਉੱਚਤਮ ਤਪਾਂ ਦੇ ਸਿਰ ਤਪ ਕਿਹਾ ਗਿਆ ਹੈ। ਗੁਰ ਸੇਵਾ ਤਪਾਂ ਸਿਰ ਤਪ ਸਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਹ ਫਰਮਾਨ ਹੈ। ਭਾਈ ਗੁਰਦਾਸ ਜੀ ਕਿਰਪਾ ਕਰਦੇ ਹਨ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਪਲ ਕਰਨੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਹੈ, ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੈ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਸੇਵਾ ਨੂੰ ਸਭ ਤੋਂ ਵੱਡਾ ਤਪ ਸਿੱਖ ਸਿਧਾਂਤਾਂ ਦੇ ਅੰਦਰ, ਗੁਰਮਤਿ ਸਿਧਾਂਤਾਂ ਦੇ ਅੰਦਰ ਮੰਨਿਆ ਗਿਆ ਹੈ। ਪਰ ਸੇਵਾ ਨੂੰ ਜਿਹੜਾ ਹੈ, ਸੇਵਾ ਹੁੰਦੀ ਤੇ ਸਦੀਆਂ ਤੋਂ ਆਈ ਹੈ, ਪਰ ਇਸ ਨੂੰ ਸਦੀਆਂ ਤੋਂ ਸੇਵਾ ਨੂੰ ਉੱਚਾ ਮੁਕਾਮ ਜਿਹੜਾ ਹੈ ਉਹ ਨਹੀਂ ਮਿਲਿਆ। ਭਾਰਤੀ ਸੱਭਿਆਚਾਰ ਦੇ ਵਿੱਚ ਸੇਵਾ ਨੂੰ ਸਭ ਤੋਂ ਹੀਣ ਨੀਚਲਾ ਕੰਮ ਗਰਦਾਨਿਆ ਗਿਆ। ਇਸੇ ਲਈ ਸੇਵਾ ਜਿਹੜੀ ਹੈ ਉਹ ਨੀਵੀਆਂ ਜਾਤਾਂ ਦੇ ਹਿੱਸੇ ਪਾਈ ਗਈ ਕਿ ਸੇਵਾ ਕਰਨਾ ਸ਼ੂਦਰਾਂ ਦਾ ਜਾਂ ਵੈਸ਼ਾਂ ਦਾ ਕਰਮ ਹੈ। ਪਰ ਸਤਿਗੁਰੂ ਨੇ ਸੇਵਾ ਨੂੰ ਸਭ ਤੋਂ ਵੱਡਾ ਗੌਰਵ ਵਾਲਾ ਕਰਮ ਕਰਕੇ ਥਾਪਿਆ ਤੇ ਦ੍ਰਿੜ ਕਰਾਇਆ ਕਿ ਵੱਡੇ ਭਾਗਾਂ ਦੇ ਨਾਲ ਹੀ ਇਹ ਜਿਹੜੀ ਸੇਵਾ ਹੈ ਇਹ ਪ੍ਰਾਪਤ ਹੁੰਦੀ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਸੇਵਾ ਤੇ ਰਜਾ ਦਾ ਆਪਸ ਵਿੱਚ ਗੂੜਾ ਸੰਬੰਧ ਹੈ। ਇਹ ਸੇਵਾ ਦੋਵੇਂ ਹਰੀ ਮਿਲਾਪ ਦੇ ਪ੍ਰਮੁੱਖ ਸਾਧਨਾਂ ਵਿੱਚੋਂ ਜਿਹਾ ਸੇਵਾ ਤਿਹੋ ਹੋਵੇ, ਜੇ ਚੱਲੇ ਤਿਸੈ ਰਜਾਏ। ਉਦਮ ਤੋਂ ਬਿਨਾਂ ਕੋਈ ਤਪ ਨਹੀਂ ਹੋ ਸਕਦਾ ਤੇ ਉਦਮ ਆਪਣੇ ਆਪ ਵਿੱਚ ਇੱਕ ਤਰ੍ਹਾਂ ਦੀ ਤਪੱਸਿਆ ਹੈ। ਪਰਮ ਪਦ ਦੀ ਪ੍ਰਾਪਤੀ ਮਗਰੋਂ ਵੀ ਇਸ ਦਾ ਜਾਰੀ ਰਹਿਣਾ ਜ਼ਰੂਰੀ ਹੈ। ਭਾਵ ਸਾਨੂੰ ਜੇ ਕੋਈ ਬਖਸ਼ਿਸ਼ ਮਿਲ ਜਾਵੇ, ਤਪ ਕਰਦਿਆਂ, ਸੇਵਾ ਕਰਦਿਆਂ, ਰਜ਼ਾ ਵਿੱਚ ਰਹਿੰਦਿਆਂ, ਤਾਂ ਵੀ ਸਾਨੂੰ ਆਪਣਾ ਕਰਮ ਨਹੀਂ ਛੱਡਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਜੀ ਇੱਕ ਵਾਰ ਸਿਮਰਨ ਕਰ ਰਹੇ ਸਨ ਤੇ ਭਾਈ ਮਰਦਾਨਾ ਜੀ ਨੇ ਸਵਾਲ ਪੁੱਛਿਆ ਸੀ ਕਿ ਪਾਤਸ਼ਾਹ ਜੀ, ਤੁਸੀਂ ਤੇ ਪਰਮਾਤਮਾ ਦੇ ਰੂਪ ਦੇ ਵਿੱਚ ਅਭੇਦ ਹੋ, ਤੁਸੀਂ ਤੇ ਪਰਮਾਤਮਾ ਦਾ ਤੁਹਾਨੂੰ ਪਰਮਾਤਮਾ ਦੇ ਸਿਮਰਨ ਦੀ ਕੀ ਲੋੜ ਹੈ? ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਸੀ ਕਿ ਮਰਦਾਨਿਆਂ, ਅਸੀਂ ਜੋਗੀਆਂ ਵਾਲਾ ਤਪ ਨਹੀਂ ਕਰਦੇ। ਸਾਡਾ ਰੱਬ ਤਪ ਜਿਹੜਾ ਹੈ ਉਹ ਰੱਬ ਦੀਆਂ ਬਖਸ਼ਿਸ਼ਾਂ ਨੂੰ ਪ੍ਰਪੱਕ ਕਰਨ ਦੇ ਵਾਸਤੇ ਹੈ। ਇਸ ਲਈ ਉਸ ਦੀਆਂ ਬਖਸ਼ਿਸ਼ਾਂ ਨਹੀਂ ਮੁੱਕਦੀਆਂ। ਪਰਮਾਤਮਾ ਸਾਨੂੰ ਨਿਤ ਦਾਤਾਂ ਦਿੰਦਾ ਹੈ ਤੇ ਸਾਨੂੰ ਵੀ ਨਿਤ ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ, ਉਸ ਦੀਆਂ ਵਡਿਆਈਆਂ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰੀਕੇ ਦੇ ਨਾਲ ਜਿਨ੍ਹਾਂ ਪਰਮਾਤਮਾ ਦੇ ਅਵਰਿਲ ਭਾਣੇ ਵਿੱਚ
ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਸਬਰ ਤੇ ਸੰਤੋਖ ਦੇ ਨਾਲ ਜੀਵਨ ਬਤੀਤ ਕੀਤਾ, ਸੇਵਾ ਦਾ ਤਪ ਕੀਤਾ, ਉਹ ਸਾਡੇ ਤਪੀ ਹਨ। ਉਹਨਾਂ ਨੂੰ ਅਸੀਂ ਅਰਦਾਸ ਦੇ ਵਿੱਚ ਹੱਠੀਆਂ ਜਪੀਆਂ ਤੇ ਤਪੀਆਂ ਦੇ ਨਾਲ ਜਾਪ ਕਰਦੇ ਹਾਂ, ਜਿਨ੍ਹਾਂ ਨੇ ਇਹੋ ਜਿਹਾ ਜੀਵਨ ਬਤੀਤ ਕੀਤਾ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਰਹਿਮਤ ਕੀਤੀ ਹੈ, ਸਾਨੂੰ ਅਰਦਾਸ ਦੇ ਵਿੱਚ ਦ੍ਰਿੜ ਕਰਵਾਇਆ ਕਿ ਸਾਡਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ, ਅਸੀਂ ਹੱਠ ਕਿਹੜਾ ਕਰਨਾ ਹੈ, ਜਪ ਕਿਹੜਾ ਕਰਨਾ ਹੈ, ਤਪ ਕਿਹੜਾ ਕਰਨਾ ਹੈ। ਤੇ ਜੇ ਅਸੀਂ ਗੁਰੂ ਆਸ਼ੇ ਦੇ ਅਨੁਸਾਰ ਜਪ ਕਰਾਂਗੇ, ਤਪ ਕਰਾਂਗੇ, ਤੇ ਫਿਰ ਸਾਨੂੰ ਗੁਰੂ ਦੀ ਕਿਰਪਾ ਰਹਿਮਤ ਜ਼ਰੂਰ ਪ੍ਰਾਪਤ ਹੋਵੇਗੀ। ਗੁਰੂ ਪਿਆਰਿਓ, ਅੱਜ ਦਾ ਜੋ ਵਿਚਾਰ ਦਾ ਸਮਾਂ ਹੈ ਇੱਥੇ ਹੀ ਸੰਪੂਰਨ ਹੈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ। ਅਗਲੇ ਜੋ ਅੱਖਰ ਹਨ ਇਸ ਪੈਰੇ ਦੇ, ਉਸ ਦੀ ਕੱਲ੍ਹ ਆਉਣ ਵਾਲੇ ਸਮੇਂ ਦੇ ਵਿੱਚ ਰਲ ਮਿਲ ਕਰਕੇ ਵਿਚਾਰ ਕਰਾਂਗੇ। ਸਤਿਗੁਰ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ। ਅਸੀਂ ਗੁਰੂ ਉਪਦੇਸ਼ਾਂ ਨੂੰ ਕਮਾਈਏ, ਆਪਣੇ ਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਰੱਖ ਕੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜੀਏ, ਤਾਂ ਸਾਡੇ ਉੱਤੇ ਪਰਮਾਤਮਾ ਦੀ ਰਹਿਮਤ ਵਰਸੇ, ਗੁਰੂ ਦੀ ਕਿਰਪਾ ਵਰਸੇ, ਤੇ ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਮੇਲੇ ਹੋ ਜਾਣ ਜੀ। ਇੱਥੇ ਹੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।